ਜਿਹੜਾ ਬਰਤਾਂਤ ਹੁਣ ਸਿਰਜਿਆ ਜਾ ਰਿਹਾ ਹੈ, ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ, ਬਿਜਲੀ ਨਹੀਂ ਆਵੇਗੀ ਕਿਸਾਨਾਂ ਦੇ ਸੰਘਰਸ਼ ਕਰਕੇ, ਕੋਲਾ ਖਤਮ ਹੋ ਰਿਹਾ ਹੈ ਕਿਸਾਨਾਂ ਦੇ ਸੰਘਰਸ਼ ਕਰਕੇ, ਦੁਕਾਨਦਾਰਾਂ ਨੂੰ ਦੀਵਾਲੀ ਦੇ ਉੱਪਰ ਲਾਉਣ ਦੇ ਵਾਸਤੇ ਉਹਨਾਂ ਦੀਆਂ ਵਸਤਾਂ ਨਹੀਂ ਮਿਲਣਗੀਆਂ ਕਿਸਾਨਾਂ ਦੇ ਸੰਘਰਸ਼ ਕਰਕੇ, ਛੋਟੇ ਦੁਕਾਨਦਾਰ ਦੀਵਾਲੀ ਦੇ ਉੱਪਰ ਦੁਕਾਨਾਂ ਨਹੀਂ ਲਾ ਲੈਣਗੇ ਕਿਸਾਨਾਂ ਦੇ ਸੰਘਰਸ਼ ਕਰਕੇ, ਬਾਰਡਰ ਦੇ ਉੱਪਰ ਫੌਜੀਆਂ ਨੂੰ ਸਮਾਨ ਨਹੀਂ ਪਹੁੰਚ ਰਿਹਾ ਕਿਸਾਨਾਂ ਦੇ ਸੰਘਰਸ਼ ਕਰਕੇ। ਕਿ ਤੁਹਾਡੀ ਪਰਾਲੀ ਦੇ ਧੂਏ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ, ਪਰ ਜੇ ਤੁਸੀਂ ਪੋਲਿਊਸ਼ਨ ਦੇ ਅੰਕੜੇ ਕੱਢ ਕੇ ਵੇਖੋ ਤੇ 51% ਪੋਲਿਊਸ਼ਨ ਕਰਦੀਆਂ ਨੇ ਇਹਨਾਂ ਦੀਆਂ ਫੈਕਟਰੀਆਂ ਹਿੰਦੁਸਤਾਨ ਦੇ ਵਿੱਚ, 25% ਪੋਲਿਊਸ਼ਨ ਹੈ ਆ ਮੋਟਰ ਗੱਡੀਆਂ ਦਾ, 11% ਘਰੇਲੂ ਹੈ ਤੇ 8.5% ਕਿਹੜਾ ਉਹ ਹੈਗਾ ਤੁਹਾਡੀਆਂ ਫਸਲਾਂ ਦਾ, ਸਿਰਫ 8.5%, ਤੇ ਉਹਦੇ ਤੋਂ ਵੱਧ ਤਾਂ ਬਿਹਾਰ ਦੇ ਭਈਏ ਬੀੜੀ ਫੂਕ ਦਿੰਦੇ। ਯਹੂਦੀਆਂ ਦੇ ਘਰ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਨਾ ਤੇ ਉਹਦੇ ਕੰਨ ਦੇ ਵਿੱਚ ਇੱਕ ਗੱਲ ਕੀਤੀ ਜਾਂਦੀ ਹੈ, ਬੋਰਨ ਟੂ ਬੀ ਅ ਰੂਲਰ, ਤੂੰ ਰਾਜ ਕਰਨ ਵਾਸਤੇ ਜੰਮਿਆ। ਵੀ ਤੁਹਾਡੇ ਕੰਨਾਂ 'ਚ ਕਿਹੜੇ ਵੇਲੇ ਤੁਹਾਡੀਆਂ ਮਾਵਾਂ ਪਾਉਂਦੀਆਂ ਸੀ ਹਮ ਰਾਖਤ ਪਾਤਸ਼ਾਹੀ ਦਾ ਵਾ, ਉਹ ਕਿੱਥੇ ਚਲਾ ਗਿਆ? ਗੱਲ ਕੀ ਸਟੇਟ ਦੇ ਵੱਲੋਂ, ਸਰਕਾਰਾਂ ਦੇ ਵੱਲੋਂ ਬਰਤਾਂਤ ਸਿਰਜਿਆ ਜਾਂਦਾ ਹੈ, ਜਿਹੜਾ ਬਰਤਾਂਤ ਹੁਣ ਸਿਰਜਿਆ ਜਾ ਰਿਹਾ ਹੈ, ਜਿਹੜਾ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ, ਬਿਜਲੀ ਨਹੀਂ ਆਵੇਗੀ ਕਿਸਾਨਾਂ ਦੇ ਸੰਘਰਸ਼ ਕਰਕੇ, ਕੋਲਾ ਖਤਮ ਹੋ ਰਿਹਾ ਹੈ ਕਿਸਾਨਾਂ ਦੇ ਸੰਘਰਸ਼ ਕਰਕੇ, ਦੁਕਾਨਦਾਰਾਂ ਨੂੰ ਦੀਵਾਲੀ ਦੇ ਉੱਪਰ ਲਾਉਣ ਦੇ ਵਾਸਤੇ ਉਹਨਾਂ ਦੀਆਂ ਵਸਤਾਂ ਨਹੀਂ ਮਿਲਣਗੀਆਂ ਕਿਸਾਨਾਂ ਦੇ ਸੰਘਰਸ਼ ਕਰਕੇ, ਛੋਟੇ ਦੁਕਾਨਦਾਰ ਦੀਵਾਲੀ ਦੇ ਉੱਪਰ ਦੁਕਾਨਾਂ ਨਹੀਂ ਲਾ ਲੈਣਗੇ ਕਿਸਾਨਾਂ ਦੇ ਸੰਘਰਸ਼ ਕਰਕੇ, ਬਾਰਡਰ ਦੇ ਉੱਪਰ ਫੌਜੀਆਂ ਨੂੰ ਸਮਾਨ ਨਹੀਂ ਪਹੁੰਚ ਰਿਹਾ ਕਿਸਾਨਾਂ ਦੇ ਸੰਘਰਸ਼ ਕਰਕੇ। ਗੱਲ ਕੀ ਕਿ ਉਹਨਾਂ ਕੋਲ ਜਿਹੜਾ ਵਿਕਾਊ ਮੀਡੀਆ ਹੈ ਉਹ ਸਾਰੇ ਲੋਕਾਂ ਦੀ ਮਾਨਸਿਕਤਾ ਦੀ ਦਿਸ਼ਾ ਜਿਹੜੀ ਇਸ ਡਾਇਰੈਕਸ਼ਨ ਦੇ ਵਿੱਚ ਸੈੱਟ ਕਰ ਦੇਵੇਗਾ, ਜਿੱਥੇ ਲੋਕਾਂ ਦੇ ਵਿੱਚ ਇਹ ਗੱਲ ਜਾਵੇਗੀ ਕਿ ਕਿਸਾਨਾਂ ਦਾ ਸੰਘਰਸ਼ ਸ਼ਾਇਦ ਪੰਜਾਬੀਅਤ ਦੇ ਵਾਸਤੇ ਖਤਰਨਾਕ ਸਾਬਤ ਹੋ ਰਿਹਾ, ਤੇ ਉੱਥੇ ਦੋਸ਼ੀ ਕੌਣ ਆ? ਅਸੀਂ ਅਜੇ ਤੱਕ ਉਹਨਾਂ ਲੋਕਾਂ ਨਾਲ, ਸ਼ਹਿਰੀ ਲੋਕਾਂ ਦੇ ਨਾਲ ਇੱਕ ਡਾਇਲੌਗ ਨਹੀਂ ਰਚਾ ਸਕੇ, ਅਸੀਂ ਇੱਕ ਸੰਵਾਦ ਨਹੀਂ ਸਿਰਜ ਸਕੇ, ਅਸੀਂ ਦੱਸ ਨਹੀਂ ਸਕੇ ਕਿ ਪੰਜਾਬ ਦੇ ਵਿੱਚ ਇਹਨਾਂ ਬਿੱਲਾਂ ਦੇ ਨਾਲ ਪੰਜਾਬ ਦਾ ਕਿਸਾਨ ਤੇ ਹੋ ਸਕਦਾ ਮਰਦਾ 10 ਸਾਲ ਕੱਢ ਜਾਵੇ, ਤੁਸੀਂ ਸਾਡੇ ਤੋਂ ਪਹਿਲਾਂ ਮਰਨਾ। ਅਸੀਂ ਉਹ ਬਰਤਾਂਤ ਨਹੀਂ ਸਿਰਜ ਸਕੇ, ਅਸੀਂ ਉਹਨਾਂ ਨੂੰ ਦੱਸ ਨਹੀਂ ਸਕੇ। ਰਣਜੀਤ ਸਿੰਘ ਨੇ ਰਾਜ ਕਿਉਂ ਕੀਤਾ? ਰਣਜੀਤ ਸਿੰਘ ਨੇ ਉਹਨਾਂ ਲੋਕਾਂ ਦੇ ਵਿੱਚ ਸਿੱਖ ਰਾਜ ਦੀ ਖੂਬੀ ਕੀ ਹੈ, ਉਹ ਗੈਰ ਸਿੱਖਾਂ ਦੇ ਵਿੱਚ ਵੀ ਉਸ ਬਰਤਾਂਤ ਨੂੰ ਸਿਰਜਿਆ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਅਵੇਤਾਬਲ ਮਹਾਰਾਜਾ ਰਣਜੀਤ ਸਿੰਘ ਦਾ ਬਾਹਰੀ ਜਰਨੈਲ, ਵਿਦੇਸ਼ੀ ਜਰਨੈਲ, ਪਸ਼ਾਵਰ ਦੇ ਵਿੱਚ ਜੰਗੀ ਫੌਜੀ ਛਾਉਣੀ ਕਾਇਮ ਕਰਨੀ ਸੀ। ਉਸ ਫੌਜੀ ਛਾਉਣੀ ਨੂੰ ਕਾਇਮ ਕਰਨ ਦੇ ਵਾਸਤੇ ਉਸ ਨੂੰ ਇੱਕ ਅਮੀਰ ਚੰਦ ਨਾਂ ਦੇ ਹਿੰਦੂ ਵਪਾਰੀ ਦਾ, ਅਮੀਰ ਦਾ ਘਰ ਢਾਉਣਾ ਪੈ ਗਿਆ। ਮੱਧ ਪਰਿਵਾਰ ਦੇ ਵਿੱਚੋਂ ਸੀ, ਛੋਟਾ ਮੋਟਾ ਵਪਾਰ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਹਿੰਦੂ ਪਰਿਵਾਰ ਨੂੰ ਘਰ ਬਣਾਉਣ ਦੇ ਵਾਸਤੇ ਉਸ ਆਪਣੇ ਜਰਨੈਲ ਦੀ ਤਨਖਾਹ ਚੋਂ ਕੱਟ ਕੇ 15,000 ਰੁਪਏ ਉਹਨਾਂ ਸਮਿਆਂ 'ਚ ਦਿੱਤੇ ਕਿ ਨਹੀਂ ਕਿਤੇ ਪੰਜਾਬ ਦੇ ਕਿਸੇ ਬਸ਼ਿੰਦੇ ਦੇ ਮਨ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਨਾ ਪੈਦਾ ਹੋ ਜਾਵੇ, ਕਿਉਂਕਿ ਹੁਣ ਉਹ ਜਿਹੜਾ ਬੇਗਾਨਗੀ ਦਾ ਅਹਿਸਾਸ ਉਹਨਾਂ ਦੇ ਵਿੱਚੋਂ ਕੱਢਿਆ ਗਿਆ, ਅੱਜ ਉਹ ਕਿਉਂ ਵੀਰ ਨਹੀਂ ਸਮਝ ਰਹੇ ਕਿ ਅਸੀਂ ਵੀ ਇਸ ਮਿੱਟੀ ਦੇ ਵਾਰਿਸ ਹਾਂ, ਸਾਨੂੰ ਕਿਸਾਨਾਂ ਦੇ ਨਾਲ ਬਹਿਣਾ ਪਵੇਗਾ, ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਨਾ ਪਵੇਗਾ। ਉਹ ਆਪਣੀ ਸੁਰਤ ਨੂੰ, ਆਪਣੀ ਮਾਨਸਿਕਤਾ ਨੂੰ ਪੰਜਾਬੀਅਤ ਦੇ ਨਾਲ ਜੋੜ ਕੇ ਕਿਉਂ ਨਹੀਂ ਵੇਖ ਰਹੇ? ਪਰ ਮੈਂ ਤੇ ਇਹ ਵੇਖਦਾ ਕਿ ਹੁਣ ਤੱਕ ਜਿੰਨਾ ਵੀ ਸੰਘਰਸ਼ ਲੜਿਆ ਜਾਂਦਾ ਪੰਜਾਬੀਅਤ ਦੇ ਨਾਂ ਤੇ, ਇੱਕ ਖਾਸ ਵੱਡਾ, ਮੈਂ ਤੇ ਸਿੱਖਾਂ ਦੀ ਵੀ ਗੱਲ ਕਰੂੰਗਾ ਕਿ ਸਿੱਖਾਂ ਦਾ ਵੀ ਇੱਕ ਵਰਗ ਹੈ ਜਿਹੜਾ ਰਾਜਨੀਤੀ ਨਾਲ ਜੁੜ ਕੇ ਆਪਣੇ ਆਪ ਨੂੰ ਵੱਡਾ ਸਨਅਤਕਾਰ ਸਮਝਣ ਲੱਗ ਗਿਆ, ਉਹ ਵੀ ਪੰਜਾਬ ਦੇ ਸੰਘਰਸ਼ ਤੋਂ ਦੂਰ ਰਹਿੰਦਾ ਜਿੰਨਾ ਚਿਰ ਉਹਦੀ ਮਜਬੂਰੀ ਨਾ ਬਣ ਜਾਵੇ। ਉਹ ਤੁਹਾਡੇ ਨਾਲ ਉਦੋਂ ਹੀ ਆ ਕੇ ਤੁਹਾਡੇ ਨਾਲ ਬਹਿਣ ਨੂੰ ਤਿਆਰ ਹੈ ਜਦੋਂ ਰਾਜਨੀਤਿਕ ਸੱਤਾ ਉਹਦੀ ਉਸਦੀ ਮਜਬੂਰੀ ਹੈ। ਪਰ ਸੱਚਮੁੱਚ ਪੰਜਾਬ ਦੇ ਸੰਘਰਸ਼ ਜਾਂ ਪੰਜਾਬ ਦੀ ਖੁਦਮੁਖਤਿਆਰੀ ਜਿਹੜੀ ਹੈ ਉਹਦੀ ਮਾਨਸਿਕਤਾ ਦੇ ਵਿੱਚੋਂ ਨਿਕਲ ਚੁੱਕੀ ਹੈ। ਸ਼ਾਇਦ ਉਹ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਚੁੱਕਾ ਹੈ ਵੀ ਤੁਸੀਂ ਤਾਂ ਉਸ ਮਿੱਟੀ ਦੇ ਵਾਰਸ ਹੋ, ਤੁਹਾਨੂੰ ਆਪਣੀਆਂ ਫਸਲਾਂ ਦੇ ਨਾਲ ਤੇ ਆਪਣੀ ਮੁਖਤਿਆਰੀ ਦੇ ਨਾਲ ਮੋਹ ਕਿੰਨਾ ਸੀ। ਜੇ ਤੁਸੀਂ ਆਪਣੇ ਕੈਨੇਡਾ ਤੋਂ ਆਏ ਵੀਰ ਜੀ ਇੱਕ ਯਹੂਦੀਆਂ ਦੀ ਗੱਲ ਕਰਕੇ ਗਏ ਸੀਗੇ, ਯਹੂਦੀਆਂ ਦੇ ਘਰ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਨਾ ਤੇ ਉਹਦੇ ਕੰਨ ਦੇ ਵਿੱਚ ਇੱਕ ਗੱਲ ਕੀਤੀ ਜਾਂਦੀ ਹੈ, ਬੋਰਨ ਟੂ ਬੀ ਅ ਰੂਲਰ,
ਤੂੰ ਰਾਜ ਕਰਨ ਵਾਸਤੇ ਜੰਮਿਆ। ਇਹ ਤੇ ਅੱਜ ਦੀਆਂ ਗੱਲਾਂ ਨੇ ਬਈ ਤੁਹਾਡੇ ਕੰਨਾਂ 'ਚ ਕਿਹੜੇ ਵੇਲੇ ਤੁਹਾਡੀਆਂ ਮਾਵਾਂ ਪਾਉਂਦੀਆਂ ਸੀ ਹਮ ਰਾਖਤ ਪਾਤਸ਼ਾਹੀ ਦਾਵਾ, ਉਹ ਕਿੱਥੇ ਚਲਾ ਗਿਆ? ਕੈਪਟਨ ਮਰੇ ਦੀ ਵਾਰਤਾਲਾਪ ਹੋਈ ਰਤਨ ਸਿੰਘ ਭੰਗੂ ਦੇ ਨਾਲ, ਤੇ ਕੈਪਟਨ ਮਰੇ ਕਹਿੰਦਾ ਪੰਜਾਬ ਦਾ ਮਾਲਕ ਕੌਣ ਹੈ? ਕਹਿੰਦਾ ਅਸੀਂ। ਕਹਿੰਦਾ ਕਿਵੇਂ? ਕਹਿੰਦਾ ਸਾਡੇ ਕੋਲ ਪਾਤਸ਼ਾਹੀ। ਕਹਿੰਦਾ ਦਿੱਤੀ ਕਿੰਨੇ? ਕਹਿੰਦਾ ਹਮਕੋ ਪਾਤਸ਼ਾਹੀ ਨਾਨਕ ਦੇਈ। ਕਹਿੰਦਾ ਗੁਰੂ ਨਾਨਕ ਨੂੰ ਕਿੰਨੇ ਦਿੱਤੀ ਸੀ? ਕਹਿੰਦਾ ਗੁਰੂ ਨਾਨਕ ਨੇ ਰੱਬ ਤੋਂ ਲਈ ਸੀ। ਦੱਸੋ ਹੁਣ ਅੱਗੇ। ਕਹਿੰਦਾ ਫਿਰ ਇਹ ਪਾਤਸ਼ਾਹੀ ਗਾਂ ਕਿੰਨਾ ਦੇ ਕੋਲ ਹੈ? ਤੁਹਾਨੂੰ ਰਾਜਨੀਤੀ ਆਉਂਦੀ ਹੈ? ਅੱਜ ਰਾਜਨੀਤੀ ਦੇ ਬਾਰੇ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਇੰਟਰਚੇਬਿਲਿਟੀ ਪੈਦਾ ਕੀਤੀ ਜਾ ਰਹੀ, ਖਾਸ ਕਰਕੇ ਇੱਕ ਪੋਲੀਟੀਕਲ ਇੰਟਰਚੇਬਿਲਿਟੀ, ਇੱਕ ਰਾਜਨੀਤਿਕ ਅਛੂਤਾਵਾਦ ਸਾਡੇ ਮਨ 'ਚ ਪੈਦਾ ਕਰ ਦਿੱਤਾ ਗਿਆ ਕਿ ਜਿਹੜਾ ਬੰਦਾ ਰਾਜਨੀਤੀ 'ਚ ਚਲਾ ਗਿਆ ਇਹ ਤੇ ਬਹੁਤ ਮਾੜਾ। ਤੁਸੀਂ ਚੰਗੇ ਬੰਦਿਆਂ ਨੂੰ ਰਾਜਨੀਤੀ 'ਚ ਨਹੀਂ ਭੇਜੋਗੇ ਤੇ ਮਾਫ ਕਰਨਾ ਮਾੜੇ ਅੱਗੇ ਆਉਣਗੇ। ਜੇ ਪੰਜਾਬ ਦੀ ਮੈਂ ਕਹਿੰਦਾ ਇਸ ਕਿਸਾਨੀ ਦੇ ਸੰਘਰਸ਼ 'ਚੋਂ ਜਿੱਥੇ ਪੰਜਾਬ ਦਾ ਕਿਸਾਨ, ਛੋਟਾ ਕਿਰਤੀ ਵਰਗ, ਖੇਤ ਮਜ਼ਦੂਰ ਤੇ ਛੋਟਾ ਸ਼ਹਿਰੀ ਦੁਕਾਨਦਾਰ, ਮੈਂ ਛੋਟੇ ਦੀ ਗੱਲ ਕਰ ਰਿਹਾ, ਲੀਡ ਵਰਗ ਦੀ ਗੱਲ ਨਹੀਂ ਕਰ ਰਿਹਾ, ਜੇਕਰ ਉਹ ਤੁਹਾਡੇ ਨਾਲ ਅੱਜ ਸੜਕ ਤੇ ਬੈਠਾ ਹੈ, ਜੇਕਰ ਇਸ ਸੰਘਰਸ਼ ਦੇ ਵਿੱਚੋਂ ਚੰਗਾ ਰਾਜਨੀਤਿਕ ਬਦਲ ਨਹੀਂ ਨਿਕਲਦਾ ਤੇ ਫਿਰ ਮੈਂ ਸੋਚਦਾ ਕਿ ਸਾਡੇ ਵਿੱਚ ਨਾ ਇੱਕ ਰਾਜਨੀਤਿਕ ਜਿਹੜੀ ਪੋਲੀਟੀਕਲ ਇੰਟਰਚੇਬਿਲਿਟੀ ਪੈਦਾ ਕਰ ਦਿੱਤੀ ਜਾਂਦੀ ਹੈ ਵੀ ਨਹੀਂ ਰਾਜਨੀਤੀ ਬੜੀ ਮਾੜੀ ਚੀਜ਼ ਹੈ। ਵੀ ਤੁਸੀਂ ਤਾਂ ਉਹ ਸੀ। ਕੈਪਟਨ ਮਰੇ ਨੇ ਪੁੱਛਿਆ, ਕਹਿੰਦਾ ਰਾਜਨੀਤੀ ਆਉਂਦੀ ਹੈ? ਰਤਨ ਸਿੰਘ ਭੰਗੂ ਕਹਿੰਦਾ ਮੇਰੀ ਤਾਂ ਗੱਲ ਹੀ ਛੱਡ ਦੇ, ਮੇਰੇ ਤੇ ਖੂਨ 'ਚ ਹੈ, ਮੈਂ ਤੇ ਮਹਿਤਾਬ ਸਿੰਘ ਮੀਰਾਕੋਟ ਦੇ ਪਰਿਵਾਰ ਦੇ ਵਿੱਚੋਂ, ਮੇਰੀ ਤੇ ਗੱਲ ਹੀ ਸੁਣ ਲੈ। ਕਹਿੰਦਾ ਪੰਜਾਬ ਦੇ ਵਿੱਚ ਜਾ, ਕਹਿੰਦਾ ਅਰੋੜਾ ਝਿਊਰ ਜਾਤ ਸਨਾਤ ਜੇ ਸਭ ਜਾਣੇ ਰਾਜਨੀਤੀ ਕੀ ਬਾਤ, ਕਹਿੰਦਾ ਕਿਤੇ ਪਿੰਡ 'ਚ ਜਾ ਕੇ ਵੇਖ, ਚਾਹੇ ਕੋਈ ਦਲਿਤ ਹੈ, ਚਾਹੇ ਕੋਈ ਜੱਟ ਹੈ, ਚਾਹੇ ਕੋਈ ਸ਼ੂਦਰ ਹੈ, ਸਾਰੇ ਰਾਜਨੀਤੀ ਜਾਣਦੇ ਨੇ। ਉਹ ਤੁਹਾਡੇ ਤਾਂ ਲਹੂ ਦੇ ਵਿੱਚ ਸੀ, ਸਾਡੇ ਤਾਂ ਖੂਨ ਦੇ ਵਿੱਚ ਸੀ। ਹਮਕੋ ਪਾਤਸ਼ਾਹੀ ਨਾਨਕ ਦੇਈ, ਹਮ ਰਾਖਤ ਪਾਤਸ਼ਾਹੀ ਦਾਵਾ। ਅੱਜ ਸਾਡੇ ਚੋਂ ਪਾਤਸ਼ਾਹੀ ਦਾਵਾ ਗਵਾਚਦਾ ਕਿਉਂ ਜਾ ਰਿਹਾ ਹੈ? ਇਹਨਾਂ ਗੱਲਾਂ ਕਰਕੇ। ਔਰ ਇਹ ਦਾਅਵੇਦਾਰੀ ਢਾਡੀ ਕਿੰਨੀ ਵੱਡੀ ਸੀ। ਅਹਿਮਦ ਸ਼ਾਹ ਅਬਦਾਲੀ ਏਸ਼ੀਆ ਦਾ ਜੇਤੂ ਜਰਨੈਲ, ਨਿਰਸੰਦੇਹ ਕੋਈ ਸ਼ੱਕ ਨਹੀਂ। ਜੇਕਰ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਜਨਮਦਾਤਾ ਉਹ ਹੈ, ਉਸ ਨੂੰ ਉੱਥੇ ਬਾਬਾ ਅਫਗਾਨਿਸਤਾਨ ਕਿਹਾ ਜਾਂਦਾ ਹੈ। ਅਫਗਾਨਿਸਤਾਨ ਦਾ ਨਾਂ ਉਸਨੇ ਰੱਖਿਆ, ਨੀਂਹ ਉਸਨੇ ਰੱਖੀ, ਖਿੱਤਾ ਉਸਨੇ ਕਾਇਮ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਰਾਜਨੀਤਿਕ ਔਰ ਯੁੱਧ ਨੀਤਿਕ ਤੌਰ ਤੇ ਬੜਾ ਸਿਆਣਾ ਜਰਨੈਲ ਸੀ। ਮਰੱਟਿਆਂ ਦਾ ਲੱਕ ਤੋੜਿਆ, ਤਕਰੀਬਨ 3 ਦਹਾਕੇ ਮਰੱਟੇ ਦੁਬਾਰਾ ਉੱਠ ਨਹੀਂ ਸਕੇ। ਤੇ ਜਦੋਂ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਸਿੱਖਾਂ ਦੇ ਨਾਲ ਲੜਿਆ ਨਾ, ਤੇ ਸਿੱਖਾਂ ਨੂੰ ਜਦੋਂ ਲੜਦਿਆਂ ਵੇਖਿਆ ਤੇ ਉਸ ਜੰਗ ਦੇ ਵਿੱਚ ਸਿੱਖਾਂ ਨੂੰ ਲੜਦਿਆਂ ਵੇਖਣ ਤੋਂ ਬਾਅਦ ਇਹ ਦੇਵੀਗੜ੍ਹ ਦੇ ਕਿਲੇ 'ਚ ਜਾ ਕੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਨੂੰ ਮਿਲਿਆ ਤੇ ਕਹਿੰਦਾ ਸਿੱਖਾਂ ਦੇ ਨਾਲ ਸੁਲ੍ਹਾ ਕਰਾ ਦੇ, ਇਹਨਾਂ ਦੇ ਨਾਲ ਲੜਨਾ ਔਖਾ ਹੈ, ਇਹਨਾਂ ਨਾਲ ਮੇਰੀ ਸੁਲ੍ਹਾ ਕਰਾ ਦੇ। ਤੇ ਆਲਾ ਸਿੰਘ ਨੇ ਉਸ ਵੇਲੇ ਨਾਨੂ ਸਿੰਘ ਗਰੇਵਾਲ ਨਾਂ ਦਾ ਵਕੀਲ ਸੀ ਜਿਹੜਾ ਸਿੱਖਾਂ ਦੇ ਕੋਲ ਭੇਜਿਆ, ਤੇ ਉਹ ਜੋ ਪੰਗ ਸਿੰਘ ਬੈਠੇ ਨੇ ਉਹਨਾਂ ਪੰਜਾਂ ਸਿੰਘਾਂ ਦੇ ਅੱਗੇ ਨਾਨੂ ਸਿੰਘ ਗਰੇਵਾਲ ਵਕੀਲ ਜਿਹੜਾ ਅਬਦਾਲੀ ਵੱਲੋਂ ਭੇਜਿਆ ਗਿਆ, ਉਹਨੇ ਇੱਕ ਸ਼ਰਤ ਰੱਖੀ ਹੈ। ਕਹਿੰਦਾ ਸ਼ਰਤ ਬੜੀ ਸੌਖੀ ਹੈ, ਸੱਚਮੁੱਚ ਸ਼ਰਤ ਬੜੀ ਸੌਖੀ ਜੀ। ਅੱਜ ਵੀ ਜਦੋਂ ਹੁਣ ਸਟੇਟ ਨੇ ਕਹਿਣਾ ਨਾ ਜੀ ਅਸੀਂ MSP ਜਿਹੜੀ ਆ ਉਹਦੀਆਂ ਮੰਗਾਂ ਜਾਰੀ ਰੱਖਾਂਗੇ, ਇਹ ਕਰਾਂਗੇ ਉਹ ਕਰਾਂਗੇ, ਤੇ ਮਾਫ ਕਰਨਾ ਸਾਡੀਆਂ ਬਹੁਤੀਆਂ ਰਾਜਨੀਤਿਕ ਤੇ ਦੂਜੀਆਂ ਧਿਰਾਂ ਨੇ ਕਹਿਣਾ ਹੁਣ ਮੋਰਚਾ ਛੱਡ ਦਿਓ, ਕਿਉਂਕਿ ਅਸੀਂ ਆਪਣੀ ਲੌਂਗ ਟਰਮ ਤੇ ਸ਼ਾਰਟ ਟਰਮ ਪਲੈਨਿੰਗ ਨਹੀਂ ਕੀਤੀ। ਪਰ ਜਿਸ ਕੌਮ ਨੇ ਰਾਜ ਕਰਨਾ ਸੀ, ਜਿਸ ਜੱਸਾ ਸਿੰਘ ਰਾਮਗੜੀਏ ਨੂੰ, ਜਿਸ ਜੱਸਾ ਸਿੰਘ ਆਲੂਵਾਲੀਏ ਨੂੰ, ਜਿਸ ਚੜ੍ਹਤ ਸਿੰਘ ਨੂੰ, ਜਿਸ ਡੱਲੇਵਾਲੀਏ ਸਰਦਾਰ ਨੂੰ, ਤੇ ਜਿਸ ਸਰਦਾਰ ਬਘੇਲ ਸਿੰਘ ਤੇ ਹਰੀ ਸਿੰਘ ਤੇ ਕਰਮ ਸਿੰਘ ਨੂੰ ਪਤਾ ਸੀ ਅਸੀਂ ਆਉਣ ਵਾਲੀ ਉਮਤ ਨੂੰ ਰਾਜ ਦੇਣਾ ਤੇ ਅਸੀਂ ਲੌਂਗ ਟਰਮ ਪਲੈਨਿੰਗ ਦੇ ਵਿੱਚੋਂ ਨਿਕਲਣਾ, ਉਹਨਾਂ ਦੇ ਸਾਹਮਣੇ ਪੇਸ਼ਕਸ਼ ਰੱਖੀ ਗਈ ਉਹ 6 ਮਹੀਨਿਆਂ ਬਾਅਦ ਅਬਦਾਲੀ ਆਇਆ ਕਰੇਗਾ ਤੇ ਤੁਸੀਂ ਛਮਾਹੀ ਦੇ ਤੌਰ ਤੇ ਬਾਜਰਾ, ਮੋਠ, ਗਵਾਰਾ, ਜਿੰਨੀਆਂ ਕਦੋਂ ਫਸਲਾਂ ਹੁੰਦੀਆਂ ਸੀ, ਇਹ ਚੀਜ਼ਾਂ ਉਹਦੀ ਝੋਲੀ 'ਚ ਪਾ ਦਿਆ ਤੇ ਤੁਸੀਂ ਇੱਥੋਂ ਦੀ ਨਵਾਬੀ ਕਰ ਸਕਦੇ ਹੋ। ਪਰ ਬਾਦਸ਼ਾਹ ਤੁਹਾਡਾ ਅਬਦਾਲੀ ਹੋਵੇਗਾ। ਕਿੰਨਾ ਸਸਤਾ ਸੌਦਾ, ਕਿੰਨਾ ਵਧੀਆ ਸੌਦਾ ਜੇ ਸੋਚਿਆ ਜਾਵੇ। ਪਰ ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਆਪਣੇ 5 ਸਿੰਘਾਂ ਦੇ ਨਾਲ ਸਲਾਹ ਕਰਕੇ ਉਸ ਨੂੰ ਜਵਾਬ ਪਤਾ ਕੀ ਦਿੰਦਾ ਹੈ? ਕਹਿੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇੱਥੋਂ ਦੇ ਬਾਦਸ਼ਾਹ ਤੇ ਅਬਦਾਲੀ ਉੱਥੋਂ ਦਾ ਲਟੇਰਾ ਕਦੀ ਬਾਦਸ਼ਾਹ ਲਟੇਰਿਆਂ ਦੀਆਂ ਆਫਰ ਤੇ ਪੇਸ਼ਕਸ਼ ਪ੍ਰਵਾਨ ਨਹੀਂ ਕਰਦੇ ਹੁੰਦੇ। ਪਹਿਲੀ ਗੱਲ ਤਾਂ ਇਹ, ਬਾਦਸ਼ਾਹ ਲਟੇਰਿਆਂ ਦੀਆਂ ਆਫਰ ਪ੍ਰਵਾਨ ਨਹੀਂ ਕਰਦੇ ਹੁੰਦੇ। ਅੱਜ ਦੇ ਸੰਦਰਭ 'ਚ ਵੀ ਇਸ ਨੂੰ ਯਾਦ ਰੱਖਿਓ ਤੁਸੀਂ, ਪੰਜਾਬ ਦੇ ਬਾਦਸ਼ਾਹ। ਦੂਜੀ ਗੱਲ ਕਣਕ ਦੀ ਨਹੀਂ ਹੈ, ਗੱਲ ਬਾਜਰੇ ਦੀ ਨਹੀਂ ਹੈ, ਗੱਲ ਜਵਾਰ ਦੀ ਨਹੀਂ ਹੈ, ਗੱਲ ਮੋਠਾਂ ਦੀ ਨਹੀਂ ਹੈ, ਗੱਲ ਹੈਗੀ ਆਜ਼ਾਦੀ ਦੀ ਤੇ ਗੁਲਾਮੀ ਦੀ।
ਜਿਹੜਾ ਜਵਾਬ ਦਿੱਤਾ ਉਸ ਵੇਲੇ ਨਾ ਸਰਦਾਰ ਸੋਹਣ ਸਿੰਘ ਸੀਤਲ ਹੋਣਾ ਨੇ ਉਸ ਨੂੰ ਕਵਿਤਾ 'ਚ ਲਿਖਿਆ, ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਸ਼ਾਹ ਅਬਦਾਲੀ ਬਾਰੇ ਸ਼ਬਦ ਵਰਤਿਆ ਗਿਆ, ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਸਾਡੀ ਵਿਚਾਰਧਾਰਾ ਤਾਂ ਇਹ ਸੀ। ਅਸੀਂ ਤਾਂ ਉਸ ਵਿਰਸੇ ਦੇ ਵਾਰਸ ਸੀ ਜਿੱਥੇ ਕਿਸੇ ਤਰ੍ਹਾਂ ਦੀ ਆਪਣੀ ਕੌਮੀਅਤ ਜਾਂ ਆਪਣੇ ਖੇਤਰੀ ਪੱਧਰ ਜਾਂ ਆਪਣੇ ਖਿੱਤੇ ਜਾਂ ਆਪਣੀ ਖੁਦ ਮੁਖਤਿਆਰੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੀ ਨਹੀਂ ਕੀਤਾ ਜਾਂਦਾ। ਸਾਡੇ ਵਡੇਰੇ ਤਾਂ ਉਹ ਸੀ। ਅੱਜ ਸਾਨੂੰ ਉਸ ਚੀਜ਼ ਨੂੰ ਵੇਖਣਾ ਪਵੇਗਾ ਕਿ ਜਿਸ ਤਰ੍ਹਾਂ ਦੇ ਨਾਲ ਸਨਅਤਕਾਰੀ, ਇਹ ਵੱਡਾ ਜਿਹੜਾ ਕਾਰਪੋਰੇਟ ਸੈਕਸ਼ਨ ਹੈ ਨਾ, ਇਹ ਪੰਜਾਬ ਦੀ ਸਨਅਤਕਾਰੀ ਨੂੰ ਜਿਸ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰਨ ਵਾਸਤੇ ਤੁਰਿਆ ਹੋਇਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੇਖੋ, ਮੈਂ ਬਾਰ-ਬਾਰ ਇਹ ਗੱਲ ਕਿਹਾ ਗਿਆ ਕਿ ਸਰਕਾਰਾਂ ਦੇ ਵੱਲੋਂ ਤੇ ਹੁਣ ਜਿਹੜਾ ਮੀਡੀਆ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਨਾ, ਉਹ ਵੀ ਸਨਅਤਕਾਰੀ ਦਾ ਹਿੱਸਾ ਬਣ ਗਿਆ ਕਾਰਪੋਰੇਟ ਸੈਕਸ਼ਨ ਦਾ। ਔਰ ਉਹਨਾਂ ਵੱਲੋਂ ਜਿਹੜਾ ਬਿਰਤਾਂਤ ਹੁਣ ਸਿਰਜਿਆ ਜਾ ਰਿਹਾ, ਕੁਝ ਦਿਨਾਂ ਦੀ ਗੱਲ ਹੈ ਨਾ ਕਿ ਤੁਹਾਡੀ ਪਰਾਲੀ ਦੇ ਧੂਏ ਕਰਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ, ਪਰ ਜੇ ਤੁਸੀਂ ਪੋਲਿਊਸ਼ਨ ਦੇ ਅੰਕੜੇ ਕੱਢ ਕੇ ਵੇਖੋ ਤੇ 51% ਪੋਲਿਊਸ਼ਨ ਕਰਦੀਆਂ ਨੇ ਇਹਨਾਂ ਦੀਆਂ ਫੈਕਟਰੀਆਂ ਹਿੰਦੁਸਤਾਨ ਦੇ ਵਿੱਚ, 25% ਪੋਲਿਊਸ਼ਨ ਹੈ ਆ ਮੋਟਰ ਗੱਡੀਆਂ ਦਾ, 11% ਘਰੇਲੂ ਹੈ ਤੇ 8.5% ਕਿਹੜਾ ਉਹ ਹੈਗਾ ਤੁਹਾਡੀਆਂ ਫਸਲਾਂ ਦਾ, ਸਿਰਫ 8.5%, ਤੇ ਉਹਦੇ ਤੋਂ ਵੱਧ ਤਾਂ ਬਿਹਾਰ ਦੇ ਭਈਏ ਬੀੜੀ ਫੂਕ ਦਿੰਦੇ ਆ, ਉਸ ਤੋਂ ਵੱਧ ਉਹ ਪੋਲਿਊਸ਼ਨ ਕਰ ਦਿੰਦੇ ਆ। ਹਾਲਾਂਕਿ ਤੁਹਾਡੀ ਪਰਾਲੀ ਦੇ ਵਿੱਚੋਂ ਕੋਈ ਜ਼ਹਿਰੀਲਾ ਅੰਸ਼ ਨਹੀਂ ਨਿਕਲਦਾ, ਪਰ ਜਦੋਂ ਉਹ ਬੀੜੀ ਪੀਂਦੇ ਨੇ 3000 ਕਿਸਮ ਦੇ ਜ਼ਹਿਰੀਲੇ ਕੈਮੀਕਲ ਤੁਹਾਡੀ ਹਵਾ 'ਚ ਜਾ ਰਹੇ ਹੁੰਦੇ ਨੇ। ਉਹਨਾਂ ਦੀ ਕੋਈ ਚਿੰਤਾ ਨਹੀਂ, ਉਸ ਪੋਲਿਊਸ਼ਨ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਤੁਹਾਡੀ ਪਰਾਲੀ ਦੀ ਚਿੰਤਾ ਹੈ, ਜਿਹਦੇ 'ਚ ਕੋਈ ਜ਼ਹਿਰੀਲਾ ਤੱਤ ਨਿਕਲ ਕੇ ਜਦੋਂ ਅਸੀਂ ਪਰਾਲੀ ਫੂਕਦੇ ਆ ਤੇ ਘਰਾਂ 'ਚ ਵੀ ਬੈਠੇ ਹੁੰਦੇ ਆ, ਉਸੇ ਕਿੱਲੇ ਦੇ ਵਿੱਚ ਹੁੰਦੇ, ਉਸੇ ਏਕੜ ਦੇ ਵਿੱਚ ਖਲੋਤੇ ਹੁੰਦੇ ਆ, ਸਾਨੂੰ ਦਮਾ ਨਹੀਂ ਹੁੰਦਾ, ਪਰ ਇਹਨਾਂ ਨੂੰ ਸਿਗਰਟਾਂ ਦੇ ਨਾਲ ਦਮਾ ਨਹੀਂ ਹੁੰਦਾ, ਤੁਹਾਡੀ ਪਰਾਲੀ ਨਾਲ ਦਮਾ ਹੁੰਦਾ। ਉਹਦਾ ਕਾਰਨ ਕੀ ਹੈ ਕਿ ਉਹਨਾਂ ਬਹੁ ਗਿਣਤੀ ਕੌਮੀਅਤ ਦੇ ਵਿੱਚ ਇੱਕ ਬਿਰਤਾਂਤ ਨੂੰ ਸਿਰਜਣਾ ਹੈ ਕਿ ਇਹ ਸਭ ਕੁਝ ਤੁਹਾਡੇ ਕਰਕੇ ਹੋ ਰਿਹਾ, ਇਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣੀ ਹੈ। ਤੇ ਹੁਣ ਇਹ ਤੁਹਾਡੀ ਤੇ ਖਾਸ ਕਰਕੇ ਆ ਸੋਸ਼ਲ ਮੀਡੀਆ ਵਾਲੇ ਜਿੰਨੇ ਕਿ ਸਮਝਦੇ ਨੇ ਕਿ ਅਸੀਂ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਾਂ, ਇਸ ਮੀਡੀਆ ਦੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਸਾਡਾ ਦੁਖਾਂਤ, ਪੰਜਾਬ ਦਾ ਦੁਖਾਂਤ ਤੇ ਉਹਦਾ ਬਿਰਤਾਂਤ ਜਿਹੜਾ ਉਹ ਸਿਰਜਣਾ। ਅਸੀਂ ਪੰਜਾਬ ਦੇ ਲੋਕਾਂ ਦਾ ਦੁਖਾਂਤ ਵੀ ਦੱਸਣਾ ਕਿ ਅਸੀਂ ਕੀ ਸੀ ਤੇ ਕਿਸ ਪੱਧਰ ਦੇ ਉੱਪਰ ਪਹੁੰਚ ਗਏ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਹਾਨੂੰ ਕਿਤੇ ਇੱਕ ਕਿਤਾਬ ਸੀਡਸ ਆਫ ਡਿਸਟਰਕਸ਼ਨ ਪੜ੍ਹਨ ਦਾ ਮੌਕਾ ਮਿਲੇ, ਨਾ ਤੋਂ ਸਪਸ਼ਟ ਹੈ ਤਬਾਹੀ ਦੇ ਬੀਜ। ਕਿਸਾਨ ਬਜ਼ੁਰਗ ਬੈਠੇ ਨੇ, ਅਸੀਂ ਨਦੀਨ ਹੀ ਪੁੱਟਦੇ ਹੁੰਦੇ ਸੀ ਝੋਨੇ ਦੇ ਵਿੱਚੋਂ, ਉਸ ਤੋਂ ਬਾਅਦ ਮਚੈਟੀ ਆ ਗਈ, ਮਨਸੈਂਟੋ ਕੰਪਨੀ ਜਿਹੜੀ ਕਿ ਰੌਕਫੈਲਰ ਪਰਿਵਾਰ ਦੀ ਹੈ, ਜਿਹੜਾ ਅੱਜ ਦੁਨੀਆ ਦੇ ਵੱਡੇ 5 ਬੈਂਕਰਾਂ ਦੇ ਵਿੱਚੋਂ ਜਿਹੜੇ ਅੱਜ ਦੁਨੀਆ ਨੂੰ ਕਹਿ ਸਕਦੇ ਹੋ ਕਿ ਚਲਾ ਰਹੇ ਨੇ ਆਰਥਿਕ ਪੱਧਰ ਦੇ ਉੱਪਰ। ਮਨਸੈਂਟੋ ਦੀ ਮਚੈਟੀ ਆ ਗਈ, ਬਾਇਰ ਦੀਆਂ ਕੁਝ ਹੋਰ ਦਵਾਈਆਂ ਆ ਗਈਆਂ, ਇਨਸੈਕਟੀਸਾਈਡ ਆ ਗਏ, ਪੈਸਟੀਸਾਈਡਸ ਆ ਗਏ। ਹੁਣ ਅਸੀਂ ਉਹ ਪਾਉਣੇ ਸ਼ੁਰੂ ਕਰ ਦਿੱਤੇ। ਕਿੰਨੇ ਸਾਲ ਤੁਹਾਨੂੰ ਪਤਾ ਹੈ, ਮੈਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਆ, ਅਸੀਂ ਕਣਕ ਬੀਜਦੇ ਸੀ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਹੀ ਕਣਕ ਦਾ ਬੀਜ ਰੱਖ ਲੈਂਦੇ ਸੀ, ਅਗਲੇ ਸਾਲ ਇਹਦੇ ਚੋਂ ਪਾਉਣਾ। ਹੁਣ ਕਿੰਨੇ ਸਾਲ ਉੱਗਦਾ? ਹੁਣ ਤੁਹਾਨੂੰ ਹਾਈਬ੍ਰਿਡ ਕਿਉਂ ਖਰੀਦਣੇ ਪੈਂਦੇ ਨੇ? ਕਿਉਂਕਿ ਤੁਹਾਡੀ ਜ਼ਮੀਨ ਦੇ ਬੀਜ ਦੀ ਉਗਾਈ ਤੋਂ ਲੈ ਕੇ ਬਿਜਾਈ ਤੋਂ ਲੈ ਕੇ ਪੈਸਟੀਸਾਈਡ ਇਨਸੈਕਟੀਸਾਈਡ ਤੱਕ ਇੱਕ ਵੱਡੇ ਕਾਰਪੋਰੇਟ ਸੈਕਟਰ ਦਾ ਜਿਹੜਾ ਉਹ ਕਬਜ਼ਾ ਹੋ ਚੁੱਕਾ ਹੈ। ਔਰ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਸਨਅਤਕਾਰੀ ਜਾਂ ਇਹਨੇ ਕਾਰਪੋਰੇਟ ਘਰਾਣਿਆਂ ਦੇ ਬਹੁਤ ਵੱਡੇ ਜਿਹੜੇ ਥਿੰਕਰ ਨੇ ਨਾ, ਉਹ ਸੋਚਦੇ ਨੇ ਕਿ ਦੋ ਚੀਜ਼ਾਂ ਤੋਂ ਬਾਅਦ, ਦਵਾਈਆਂ ਔਰ ਹਥਿਆਰ ਤੋਂ ਬਾਅਦ, ਜੇਕਰ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਮੰਡੀ ਹੈ ਤੇ ਉਹ ਅੰਨ ਹੈ। ਜਿਹਦੇ ਹੱਥ ਦੇ ਵਿੱਚ ਹਥਿਆਰ ਹੈ, ਰੋਟੀ ਉਹਨੂੰ ਵੀ ਚਾਹੀਦੀ ਹੈ, ਜਿਹੜਾ ਬਿਮਾਰ ਹੈ ਰੋਟੀ ਉਹਨੂੰ ਵੀ ਚਾਹੀਦੀ ਹੈ। ਇਸ ਕਰਕੇ ਤੁਹਾਡਾ ਅੰਨ ਜਿਹੜਾ ਇਸ ਦੇ ਉੱਪਰ ਨਜ਼ਰਾਂ ਟਿਕੀਆਂ ਹੋਈਆਂ ਨੇ, ਕਿਉਂਕਿ ਇਹ ਤੀਜੇ ਨੰਬਰ ਦੇ ਉੱਪਰ, ਵੈਸੇ ਤਾਂ ਹੁਣ ਦੂਜੇ ਨੰਬਰ 'ਚ ਆਇਆ ਦਵਾਈਆਂ ਤੋਂ ਬਾਅਦ, ਪਰ ਦੂਸਰੇ ਜਾਂ ਤੀਸਰੇ ਨੰਬਰ ਦੇ ਉੱਪਰ ਇਹ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਦਾ ਸਰੋਤ ਬਣਦਾ ਜਾ ਰਿਹਾ। ਇਸ ਦੇ ਕਰਕੇ ਤੁਹਾਡੇ ਉੱਪਰ ਇਹ ਨਜ਼ਰਾਂ ਲੱਗੀਆਂ ਹੋਈਆਂ ਨੇ। ਹੁਣ ਇਹਨੂੰ ਅਸੀਂ ਬਚਾਉਣਾ ਕਿਵੇਂ ਹੈ? ਇਹਦੇ ਵਾਸਤੇ ਲੌਂਗ ਟਰਮ ਸਾਡੀਆਂ ਪਲੈਨਿੰਗ ਕੀ ਹੋਣ, ਸਾਡੇ ਕਿਹੜੇ ਮੁੱਦੇ ਹੋਣ, ਕਿਸ ਤਰ੍ਹਾਂ ਦੀ ਖੁਦਮੁਖਤਿਆਰੀ ਦੀ ਅਸੀਂ ਗੱਲ ਕਰਨੀ ਹੈ, ਇਹ ਸਾਨੂੰ ਸਿਰ ਜੋੜ ਕੇ ਬੈਠਣਾ ਪੈਣਾ। ਤੇ ਹੁਣ ਮੈਂ ਤੁਹਾਨੂੰ ਬੇਨਤੀ ਵੀ ਕਰਾਂ
ਕਿ ਥੋੜਾ ਜਿਹਾ ਆਪਣੇ ਰਾਜਨੀਤਿਕ ਧਿਰਾਂ ਤੋਂ ਉੱਪਰ ਆ ਕੇ ਉਸ ਰਾਜਸੀ ਮੁਹਾਜ ਦੀ ਸਿਰਜਣਾ ਦੀ ਗੱਲ ਕਰੋ ਜਿਹੜਾ ਸੱਚਮੁੱਚ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਦਾ ਹੋ। ਮਿਸਲਾਂ ਵੱਖ-ਵੱਖ ਲੜਦੀਆਂ ਸੀ, ਲੜਦੇ ਰਹੋ, ਵੱਖ-ਵੱਖ ਪਿੰਡਾਂ 'ਚ ਸਾਡੇ ਸਾਰਿਆਂ ਦੇ ਲੜਾਈ ਝਗੜੇ ਨੇ, ਕੋਈ ਵੱਡੀ ਗੱਲ ਨਹੀਂ। ਮਿਸਲਾਂ ਵੱਖ-ਵੱਖ ਲੜਦੀਆਂ ਸੀ ਤੇ ਜਦੋਂ ਅਬਦਾਲੀ ਨੇ ਹਮਲਾ ਕਰ ਦਿੱਤਾ ਤੇ ਸਰਦਾਰ ਮਿੱਤ ਸਿੰਘ ਹੁਣਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਡੱਲੇਵਾਲੀਆ ਮਿਸਲ ਦੇ ਸਰਦਾਰ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਹਿੰਦੇ ਕਿ ਅਬਦਾਲੀ ਨੇ ਘੇਰ ਲਿਆ, ਹੁਣ ਆਪਣੀ ਆਪਣੀ ਮਿਸਲ ਆਪੋ ਆਪਣੇ ਬਜ਼ੁਰਗਾਂ ਤੇ ਆਪੋ ਆਪਣੀਆਂ ਔਰਤਾਂ ਦੀ ਰਾਖੀ ਕਰ ਲਵੇ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਗੱਲ ਕਹੀ ਸੀ, ਉਹਨੇ ਕਿਹਾ ਸੀ ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਆਪਸੀ ਵੰਡ ਛੱਡ ਦਿਓ, ਹੁਣ ਤੁਹਾਡਾ ਦੁਸ਼ਮਣ ਵੱਡਾ ਹੈ। ਜਿੰਨਾ ਚਿਰ ਤੁਹਾਡੇ ਸਿਰ ਤੇ ਦੁਸ਼ਮਣ ਨਹੀਂ ਸੀ, ਤੁਸੀਂ ਆਪਸ 'ਚ ਬਥੇਰਾ ਲੜ ਲਿਆ, ਬਹੁਤ ਲੜ ਲਿਆ ਸੀ ਆਪਸ ਦੇ ਵਿੱਚ। ਹੁਣ ਤੁਹਾਡੇ ਸਿਰ ਦੇ ਉੱਪਰ ਜਿਹੜਾ ਕਾਰਪੋਰੇਟ ਸੈਕਟਰ ਦਾ ਵੱਡਾ ਦੁਸ਼ਮਣ ਹੈ ਨਾ, ਉਹਦੇ ਵਾਸਤੇ ਤੁਹਾਨੂੰ ਇਕੱਠੇ ਪਾਉਣਾ ਪੈਣਾ। ਹੁਣ ਤੁਹਾਨੂੰ ਉਸ ਗੱਲ ਨੂੰ ਆਪਣੇ ਦਿਮਾਗ 'ਚ ਪਾਉਣਾ ਪੈਣਾ ਕਿ ਰਲ ਮਿਲ ਖੜ ਤੁਰ ਪੰਥ ਬਚਾਓ। ਹੁਣ ਪੰਥ ਬਚਾਉਣ ਦੀ ਗੱਲ ਕਰਨੀ ਪੈਣੀ ਹੈ। ਤੇ ਜਿਹੜਾ ਪੰਥ ਤੇ ਪੰਜਾਬ ਹੈ ਨਾ, ਅਸੀਂ ਸਾਰੇ ਹੀ ਪਿੰਡਾਂ 'ਚ ਰਹਿੰਦੇ ਆ, ਗੁਰਦੁਆਰੇ ਜਾਂਦੇ ਆ, ਔਰ ਗ੍ਰੰਥ ਔਰ ਪੰਥ ਨੂੰ ਤੋੜ ਕੇ ਨਹੀਂ ਜੇ ਵੇਖਿਆ ਜਾ ਸਕਦਾ। ਜਿਸ ਵੇਲੇ ਸਰਦਾਰ ਗੁਰਬਖਸ਼ ਸਿੰਘ ਅੰਮ੍ਰਿਤਸਰ ਸ਼ਹੀਦ ਹੋਣ ਲੱਗਾ ਸੀ ਨਾ, ਤੇ ਸ਼ਹਾਦਤ ਤੋਂ ਪਹਿਲਾਂ ਉਹਨੇ ਕਲਗੀਧਰ ਪਾਤਸ਼ਾਹ ਦੇ ਨਾਲ ਇੱਕ ਪਿਆਰੀ ਜੀ ਗੱਲ ਕੀਤੀ ਸੀ। ਕਹਿੰਦਾ, ਪਾਤਸ਼ਾਹ ਪੰਥ ਜੋ ਰਹਾ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਜੋ ਨਾ ਰਹਾ ਤੋ ਗ੍ਰੰਥ ਕੌਣ ਮਾਨੇਗਾ। ਸੋ ਤੁਹਾਡੀ ਗੁਰੂ ਸਾਹਿਬ ਦੀ ਵਿਚਾਰਧਾਰਾ ਵੀ ਉਹਨਾਂ ਚਿਰ ਤੱਕ ਦੁਨੀਆ 'ਚ ਪ੍ਰਵਾਹਿਤ ਹੋ ਸਕੇਗੀ ਜਿੰਨਾ ਚਿਰ ਤੱਕ ਤੁਹਾਡੀ ਮਾਨਸਿਕਤਾ ਦੇ ਵਿੱਚ, ਚਾਹੇ ਪੰਜਾਬ ਦਾ ਕੋਈ ਹਿੰਦੂ ਹੈ, ਚਾਹੇ ਕੋਈ ਦਲਿਤ ਵੀਰ ਹੈ, ਚਾਹੇ ਕੋਈ ਕਿਸਾਨ ਹੈ, ਜਿੰਨਾ ਚਿਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਦੇ ਉੱਪਰ। ਇਹਦੇ ਤੋਂ ਬਿਨਾਂ ਨਾ ਕੋਈ ਵਿਕਲਪ ਤੇ ਨਾ ਕੋਈ ਸੰਕਲਪ ਸਾਡੇ ਕੋਲ ਹੈਗਾ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ। ਤੇ ਇਹ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ ਪੰਜਾਬ ਹੈ, ਜਿਸ ਗੁਰੂ ਸਾਹਿਬਾਨ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕੀਤੀ ਸੀ, ਉਸ ਜਰਖੇਸ ਮਿੱਟੀ ਦੇ ਵਾਸਤੇ, ਉਸ ਧਰਤੀ ਮਾਤਾ ਦੇ ਵਾਸਤੇ ਸਾਨੂੰ ਇਕਮੁੱਠ ਹੋਣਾ ਪਵੇਗਾ। ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਾਸਤੇ, ਇਸ ਮਿੱਟੀ ਦੇ ਵਾਸਤੇ, ਔਰ ਅਸੀਂ ਇਸ ਸੂਬੇ ਦੀ ਰੀੜ ਦੀ ਹੱਡੀਆਂ, ਸਾਨੂੰ ਕਿਤੇ ਨਾ ਕਿਤੇ ਆਪਣੇ ਸਿਆਸੀ ਮਤਭੇਦ ਭੁਲਾ ਕੇ ਇੱਕ ਟੇਬਲ ਦੇ ਉੱਪਰ ਆਉਣਾ ਪਵੇਗਾ। ਪਰ ਇਸ ਵਾਰੀ ਫਿਰ ਉਹੀ ਗੱਲ ਸਰਦਾਰ ਕਪੂਰ ਸਿੰਘ ਦੀ ਗੱਲ ਕਹਿ ਕੇ ਸਮਾਪਤੀ ਕਰਨ ਲੱਗਾ, ਇੰਜ ਨਾ ਹੋਵੇ ਕਿ ਤੁਸੀਂ ਸੜਕਾਂ ਤੇ ਜਿੱਤ ਜਾਓ ਤੇ ਟੇਬਲ ਤੇ ਜਾ ਕੇ ਹਾਰ ਜਾਓ। ਇਸ ਵਾਰੀ ਇੰਜ ਨਾ ਹੋਣ ਦਿਓ। ਇਸ ਵਾਰੀ ਜਿਹੜੀ ਜਿੱਤ ਹੈ ਉਹਨੂੰ ਯਕੀਨੀ ਬਣਾ ਕੇ ਤੁਰਿਓ। ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸੁਖਪ੍ਰੀਤ ਉਦੋਕੇ, ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਤੁਹਾਡੇ ਨਾਲ ਇਤਿਹਾਸ ਦੇ ਪੰਨਿਆਂ ਤੋਂ, ਜਿੱਥੇ ਬੜੀ ਸੰਖੇਪ ਉਹਨਾਂ ਨੇ ਇਹ ਝਾਤ ਪਾਈ ਆ, ਨਾਲ ਨਾਲ ਬੇਨਤੀਆਂ ਕੀਤੀਆਂ ਨੇ। ਜਦੋਂ ਵਿਪਤਾ ਹੋਵੇ, ਜਦੋਂ ਔਖਾ ਸਮਾਂ ਹੋਵੇ, ਉਦੋਂ ਇਕੱਠੇ ਹੋ ਜਾਓ। ਇਹ ਸਮੇਂ ਦੀ ਮੰਗ ਹੁੰਦੀ ਆ, ਮੰਗ। 12 ਮਿਸਲਾਂ ਇਕੱਠੀਆਂ ਹੋਈਆਂ, 12 ਮਿਸਲਾਂ, ਪਰ ਅੱਜ ਸਾਡੇ ਵਿੱਚ ਵੀ ਪਿਆਰ ਪੈਦਾ ਹੋਵੇ। ਆ ਈਰਖਾ ਸਾੜਾ ਇਹ ਕੱਢ ਦਈਏ। ਜਦੋਂ ਤਾਂ ਆਪਦੀ ਵੱਟ ਤੋਂ ਤੁਰਦੇ ਆ ਨਾ, ਨਹੀਂ ਤਾਂ ਆਹ ਹਾਲ ਹੈ। ਜੇ ਆਪਦੀ ਮੱਕੀ ਦੇ ਵਿੱਚ ਆ ਝੋਟਾ, ਫਿਰ ਜਦੀ ਕਹਿਣਗੇ ਲਿਆ ਡਾਂਗ ਦੇ ਹੱਡ ਭੰਦੇ।